ਪੜ੍ਹੋ, ਸੁਣੋ, ਦੇਖੋ ਸਾਹਿਤ ਪਾਠ। ਜਸਵੰਤ ਸਿੰਘ ਕੰਵਲ ਦੁਆਰਾ ਰਚਿਤ ਨਾਵਲ ਰੂਪਧਾਰਾ ਦੇ 6ਵੇਂ ਕਾਂਡ ਦਾ ਇਹ ਤੀਜਾ ਭਾਗ। ਅਗਲੇ ਦਿਨ ਦੀ ਸ਼ਾਮ ਰੂਪ ਅਤੇ ਸਰਲਾ ਨੂੰ ਅਜੈਬ ਸਿੰਘ ਬਾਜ਼ਾਰ ਵਿੱਚ ਮਿਲ ਗਿਆ। ਉਸ ਨੂੰ ਦੇਖਦਿਆਂ ਹੀ ਰੂਪ ਦਾ ਦਿਲ ਘਟਣਾ ਸ਼ੁਰੂ ਹੋ ਗਿਆ। ਜੱਬੂ ਦਲੇਰੀ ਕਰਕੇ ਸਾਹਮਣਿਓਂ ਕੋਲ ਆ ਗਿਆ। ਸਰਲਾ ਦੇ ਹੱਥ ਚੁੱਕਣ ਨਾਲ ਰੂਪ ਨੂੰ ਵੀ ਸਤਿ ਸ਼੍ਰੀ ਅਕਾਲ ਬੁਲਾਉਣੀ ਪੈ ਗਈ। ਕੀ ਲੈਣਾ ਏ ਕੁੜੀਓ? ਜੱਬੂ ਨੇ ਜੇਰਾ ਕਰਕੇ ਪੁੱਛ ਲਿਆ। ਉਹ ਇਸ ਇਰਾਦੇ ਨਾਲ ਮੁਸਕਰਾਇਆ ਕਿ ਕਿਵੇਂ ਵੀ ਰੂਪ ਨੂੰ ਸੋਹਣਾ ਲੱਗ ਆਵਾਂ। ਉਹ ਸਮਝਦਾ ਸੀ ਕਿ 50 ਰੁਪਏ ਦੇਣ ਪਿੱਛੋਂ ਇੰਨਾ ਕੁ ਹੱਕ ਤਾਂ ਬਣਦਾ ਹੀ ਹੈ ਕਿ ਹੱਸ ਕੇ ਬੁਲਾ ਲਵਾਂ। ਰੂਪ ਦੀ ਖਾਹਸ਼ ਸੀ ਕਿ ਸਰਲਾ ਉੱਤਰ ਦੇਵੇ, ਪਰ ਉਸ ਨੂੰ ਚੁੱਪ ਵੇਖ ਕੇ ਬੋਲਣਾ ਹੀ ਪੈ ਗਿਆ। ਚਾਚਾ ਜੀ, ਕੋਈ ਖਾਸ ਚੀਜ਼ ਨਹੀਂ ਲੈਣੀ। ਰੂਪ ਦੇ ਮਨ 'ਚ ਰੋਕਿਆ ਗੁੱਸਾ ਸੀ ਕਿ ਤੂੰ ਪੁੱਛਣ ਦਾ ਚਾਚਾ ਲੱਗਦਾ ਹੈ, ਪਰ ਉਸ ਦੇ ਦਿਲ ਨੂੰ ਘੁਮੇਰਾਂ ਪੈ ਜਾਂਦੀਆਂ ਸਨ। ਫਿਰ ਉਸ ਨੂੰ ਸੰਗ ਅਤੇ ਡਰ ਦੀਆਂ ਪਰਛਾਈਆਂ ਨੇ ਘੇਰ ਲਿਆ। ਅੜਿਆ, ਭਰੇ ਬਾਜ਼ਾਰ ਪਰਾਏ ਮਰਦ ਨਾਲ ਗੱਲਾਂ ਕਰਦਿਆਂ ਵੇਖ ਲੋਕ ਕੀ ਅਨੁਮਾਨ ਲਗਾਉਣਗੇ। ਉਹ ਝੱਟ ਹੀ ਸਰਲਾ ਦਾ ਹੱਥ ਫੜ ਕੇ ਮੁਨਿਆਰੀ ਦੀ ਦੁਕਾਨ 'ਚ ਵੜ ਗਈ। ਜੈਬੂ ਵੀ ਉਹਨਾਂ ਦੇ ਪਿੱਛੇ ਦੁਕਾਨ ਦੇ ਥੜੇ ਤੇ ਚੜ ਆਇਆ। ਹੁਣ ਰੂਪ ਦੇ ਦਿਮਾਗ ਦੀ ਪੱਧਰ ਟੁੱਟ ਗਈ। ਸਾਹਮਣੇ ਪਈ ਪਸ਼ਮ ਵੇਖ ਕੇ ਉਸ ਦੁਕਾਨਦਾਰ ਨੂੰ ਪੁੱਛਿਆ, ਇਹ ਕਿਵੇਂ ਪਾਉਂਦੇ? ਉਦੋਂ ਰੂਪ ਨੂੰ ਇਹ ਵੀ ਨਹੀਂ ਸੀ ਪਤਾ ਕਿ ਸਿਆਲ ਬੀਤਣ ਵਾਲਾ ਹੈ ਤੇ ਪਸ਼ਮ ਲੈ ਕੇ ਕਰਨੀ ਵੀ ਕੀ ਹੈ। 9 ਰੁਪਏ ਬੀਬੀ ਜੀ। ਸੇਠ ਨੇ ਹੋਰ ਲੱਛੇ ਅੱਗੇ ਸੁੱਟ ਦਿੱਤੇ। ਆਓ ਸਰਦਾਰ ਅਜੈਬ ਸਿੰਘ ਜੀ, ਖੁਸ਼ ਤਾਂ ਹੋ? ਸੇਠ ਨੇ ਦੁਕਾਨਦਾਰੀ ਪੱਖ ਤੋਂ ਚਾਪਲੂਸੀ ਕੀਤੀ। ਉਹ ਜੈਬੂ ਨੂੰ ਬਤੌਰ ਗਾਹਕ ਦੇ ਜਾਣਦਾ ਸੀ। ਤੁਹਾਡੀ ਮਿਹਰ ਹੈ ਸੇਠ ਜੀ। ਅਜੈਬ ਸਿੰਘ ਨੇ ਮੁਸਕਾ ਕੇ ਆਪਣਾ ਟੌਰ ਵਿਖਾਇਆ। ਰੂਪ ਨਿੱਕੀ ਨਿੱਕੀ ਗੱਲ ਨੂੰ ਤਾੜ ਰਹੀ ਸੀ। ਅੱਧਾ ਪੌਂਡ। ਉਹ ਕੀਮਤ 'ਚ ਤੋੜ ਭੰਨ ਕਰਨ ਤੋਂ ਬਿਨਾਂ ਹੀ ਪਰਸ 'ਚੋਂ ਪੈਸੇ ਕੱਢਣ ਲੱਗ ਪਈ। ਪੀਲੇ ਰੰਗ ਨਾਲੋਂ ਨਸਵਾਰੀ ਨਹੀਂ ਠੀਕ? ਸਰਲਾ ਨੇ ਆਪਣੀ ਪਸੰਦ ਦੱਸੀ। ਨਹੀਂ। ਰੂਪ ਦਾ ਦਿਲ ਘਬਰਾਇਆ ਹੋਇਆ ਸੀ। ਲਓ ਜੀ ਪੈਸੇ। ਸੇਠ ਜੀ, ਪੈਸੇ ਕੁੜੀ ਤੋਂ ਨਹੀਂ ਲੈਣੇ। ਜੈਬੂ ਨੇ 10 ਦਾ ਨੋਟ ਅੱਗੇ ਕਰ ਦਿੱਤਾ। ਇਹ ਕਿਸ ਤਰ੍ਹਾਂ ਹੋ ਸਕਦਾ ਏ? ਰੂਪ ਨੇ ਥੋੜੇ ਗਿਲੇ ਭਾਵ ਨਾਲ ਆਖਿਆ। ਤੂੰ ਰੂਪ ਮੇਰੀ ਬੰਸੋ ਵਰਗੀ ਧੀ ਏ, ਤਾਂ ਕੀ ਹੋਇਆ? ਜੈਬੂ ਡਰਾਈਵਰ ਔਖਾ ਮੋੜ ਕੱਟ ਗਿਆ ਅਤੇ ਉਸ ਰੂਪ ਦੀ ਉਖੜੀ ਅਕਲ ਨੂੰ ਬ੍ਰੇਕਾਂ ਮਾਰ ਦਿੱਤੀਆਂ। ਜੈਬੂ ਨੇ ਬੰਸੋ ਵਰਗੀ ਧੀ ਆਖ ਕੇ ਰੂਪ ਨੂੰ ਸੋਚੀ ਪਾ ਦਿੱਤਾ। ਨਹੀਂ, ਪੈਸੇ ਮੈਂ ਆਪ ਦੇਵਾਂਗੀ। ਰੂਪ ਕੁਝ ਨਰਮ ਪੈ ਗਈ। ਚਲੋ ਬੀਬੀ, ਹੁਣ ਜਿੱਦ ਨਾ ਕਰੋ। ਦੁਕਾਨਦਾਰ ਨੇ ਨੋਟ ਅਜੈਬ ਸਿੰਘ ਤੋਂ ਫੜ ਲਿਆ। ਰੂਪ ਸ਼ਰਮੀ ਸ਼ਰਮਾਈ ਕੁਝ ਨਾ ਕਰ ਸਕੀ, ਪਰ ਆਪ ਉੱਤੇ ਬੇਹੱਦ ਖਿੱਚ ਗਈ। ਉਸ ਦਾ ਜੀ ਕਰਦਾ ਸੀ ਕਿ ਲੱਛਾ ਦੁਕਾਨਦਾਰ ਦੇ ਮੂੰਹ ਤੇ ਮਾਰੇ ਤੇ ਦੁਕਾਨੋਂ ਹੇਠਾਂ ਉਤਰ ਜਾਵੇ। ਰੂਪ, ਹੋਰ ਕੁਝ ਲੈਣਾ ਏ? ਜੈਬੂ ਦੀ ਖਾਹਸ਼ ਸੀ ਅੱਜ ਭਾਵੇਂ ਉਹ ਸਾਰੀ ਦੁਕਾਨ ਦਾ ਸੌਦਾ ਕਰ ਲਵੇ, ਪਰ ਉਸ ਦੀ ਬੇਹਯਾਈ ਨੇ ਪਲਾਂ ਵਿੱਚ ਹੀ ਧੀ ਅਤੇ ਮਸ਼ੂਕ ਦਾ ਫਰਕ ਮਿਟਾ ਦਿੱਤਾ। ਰੂਪ ਸਿਰ ਨਾਲ ਨਾ ਕਰਦੀ ਉਹਨਾਂ ਦੋਹਾਂ ਦੇ ਅੱਗੇ ਦੀ ਦੁਕਾਨੋਂ ਥੱਲੇ ਲੈ ਗਈ। ਸਰਲਾ ਪਿੱਛੇ ਜੈਬੂ ਵੀ ਬਾਹਰ ਆ ਗਿਆ। ਉਹ ਬਾਜ਼ਾਰ ਵਿੱਚ ਦੋਹਾਂ ਕੁੜੀਆਂ ਦੇ ਨਾਲ ਚੌੜਾ ਹੋ ਕੇ ਤੁਰਨ ਲੱਗਾ। ਰੂਪ ਦੇ ਮਨ 'ਚ ਆਈ, ਸੈਂਡਲ ਲਾ ਕੇ ਇਸ ਚੌਰੇ ਨੂੰ ਦਾੜੀਓਂ ਫੜ ਲਵਾਂ ਅਤੇ ਭਰੇ ਬਾਜ਼ਾਰ ਵਿੱਚ ਭੁਗਤ ਸਵਾਰ ਦੇਵਾਂ। ਪਰ ਲੋਕ ਕੀ ਆਖਣਗੇ? ਦੁਕਾਨੋਂ ਨਿਕਲ ਕੇ ਸੇਠ ਕੀ ਆਖੇਗਾ? ਉਸ ਪਸ਼ਮ ਪੈਰਾਂ ਹੇਠ ਲਿਤਾੜ ਦੇਣੀ ਚਾਹੀ, ਪਰ ਸਭਿਅਤਾ ਦੇ ਪ੍ਰਭਾਵੀ ਬੰਧਨ ਨੂੰ ਉਹ ਨਾ ਤੋੜ ਸਕੀ। ਉਸ ਭੌਂ ਕੇ ਵੇਖਿਆ, ਜੈਬੂ ਬਰਾਬਰ ਤੁਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਇਉਂ ਤਾਂ ਗਲੋਂ ਨਹੀਂ ਲੈਣਾ। ਉਸ ਹੋਰ ਦੁਕਾਨਾਂ ਤੁਰਦਿਆਂ ਇੱਕ ਰਿਕਸ਼ਾ ਰੋਕ ਲਿਆ। ਉਹ ਸਰਲਾ ਨੂੰ ਖਿੱਚ ਕੇ ਰਿਕਸ਼ੇ ਤੇ ਜਾ ਬੈਠੀ। ਜੈਬੂ ਗੁੱਸੇ 'ਚ ਬੁੱਲ ਤੋੜਦਾ ਰਹਿ ਗਿਆ। ਅੱਜ ਉਸ ਨੂੰ ਉੱਕੀ ਆਸ ਨਹੀਂ ਸੀ ਕਿ ਰੂਪ ਉਸ ਨਾਲ ਇਉਂ ਕਰੇਗੀ। ਥੋੜੀ ਦੂਰ ਰਿਕਸ਼ਾ ਜਾਣ ਤੇ ਸਰਲਾ ਨੇ ਪੁੱਛਿਆ, ਰੂਪ, ਇਹ ਕਿਸ ਤਰ੍ਹਾਂ ਦਾ ਆਦਮੀ ਆ? ਮੈਨੂੰ ਤਾਂ ਇਹ ਪੱਕਾ ਬਦਮਾਸ਼ ਜਾਪਦਾ ਏ। ਰੂਪ ਆਪਣੇ ਮਨ ਦੀ ਸੁਭਾਵਕਤਾ 'ਚੋਂ ਹੀ ਕਹਿ ਗਈ। ਰਿਕਸ਼ੇ ਵਾਲੇ ਨੇ ਪੈਡਲਾਂ ਉੱਤੇ ਜ਼ੋਰ ਪਾਉਂਦਿਆਂ ਪਿਛਾਂਹ ਭੌਂ ਕੇ ਕੁੜੀਆਂ ਵੱਲ ਤਾੜਿਆ। ਸਿੱਧਾ ਹੋ ਕੇ ਰਿਕਸ਼ਾ ਚਲਾਵੇ। ਰੂਪ ਨੇ ਰਿਕਸ਼ੇ ਵਾਲੇ ਨੂੰ ਘੂਰ ਦਿੱਤਾ। ਉਸ ਇੱਕ ਵਾਰ ਵੀ ਪਿਛਾਂਹ ਭੌਂ ਕੇ ਸ਼ਿਕਾਰ ਲੱਭਣ ਦੀ ਕੋਸ਼ਿਸ਼ ਨਾ ਕੀਤੀ। ਚੁਬਾਰੇ ਆ ਕੇ ਰੂਪ ਨੇ ਲੱਛੇ ਵਾਲਾ ਪੈਕਟ ਚਲਾ ਮਾਰਿਆ। ਜੀ ਕਰਦਾ ਏ ਸਰਲਾ ਚੁਆਤੀ ਲਾ ਦੇਵਾਂ, ਕਿਵੇਂ ਢਿੱਠਾਂ ਵਾਂਗ ਮਗਰੋਂ ਨਾ ਲਹੇ। ਇਹਨਾਂ ਮਰਦਾਂ ਦੇ ਸ਼ਰਮ ਹਿਆ ਨੇੜੇ ਤੱਕ ਨਹੀਂ ਆਈ। ਰੂਪ ਕਿੰਨਾ ਹੀ ਸਮਾਂ ਮਨ ਦੀ ਭੜਾਸ ਕੱਢੀ ਗਈ, ਜਿਹੜੀ ਉਹ ਜੈਬੂ ਦੇ ਮੂੰਹ ਤੇ ਨਹੀਂ ਸੀ ਆਖ ਸਕੀ। ਜੈਬੂ ਬਾਰੇ ਉਸ ਨੂੰ ਮੁੜ ਭੈੜੇ ਸੁਪਨੇ ਆਉਣ ਲੱਗ ਪਏ। ਉਸ ਇਮਤਿਹਾਨ ਤੱਕ ਬਾਜ਼ਾਰ ਜਾਣਾ ਹੀ ਤਿਆਗ ਦਿੱਤਾ। 5-7 ਦਿਨ ਪਿੱਛੋਂ ਜ਼ਖਮ ਸੱਜਰਾ ਨਾ ਰਿਹਾ ਅਤੇ ਉਸ ਦੀ ਪੀੜ ਵੀ ਘਟਦੀ ਗਈ। ਉਹ ਰਾਤ ਦੇ 11 ਤੱਕ ਪੜ੍ਹਦੀ ਰਹਿੰਦੀ ਅਤੇ 3 ਵਜੇ ਦੇ ਅਲਾਰਮ ਨਾਲ ਲੈਂਪ ਬਾਲ ਲੈਂਦੀ। ਸਰਲਾ ਨੂੰ ਹਲੂਣ ਕੇ ਨਾਲ ਉੱਠਣ ਲਈ ਮਜਬੂਰ ਕਰ ਦਿੰਦੀ। ਉੱਠ ਨਾ ਮੇਰੀ ਸੁਰੋ, ਤੂੰ ਜ਼ਿੰਦਗੀ ਵਿੱਚ ਬੜਾ ਕੁਝ ਕਰਨਾ ਏ ਤੇ ਮਿਹਨਤ ਬਿਨਾਂ ਕੁਝ ਨਹੀਂ ਹੋਵੇਗਾ। ਮੇਰਾ ਤੀਰ ਤੁੱਕਾ ਤੇਰੇ ਨਾਲ ਹੀ ਲੱਗਣਾ ਏ। ਉਬਾਸੀ ਲੈਂਦੀ ਸਰਲਾ ਬਰਾਬਰ ਰਜਾਈ ਵਿੱਚ ਆ ਬੈਠਦੀ। ਦੋਵੇਂ ਰਲ ਮਿਲ ਕੇ ਤਪੱਸਿਆ ਸ਼ੁਰੂ ਕਰ ਦਿੰਦੀਆਂ। ਦਿਲ ਲਾ ਕੇ ਕੀਤੀ ਮਿਹਨਤ ਮਾਨਸਿਕ ਤਸੱਲੀ ਨਾਲ ਮਨੁੱਖ ਨੂੰ ਡੋਲਣ ਨਹੀਂ ਦਿੰਦੀ। ਰੂਪ ਨੂੰ ਆਪਣਾ ਭਵਿੱਖ ਰੌਸ਼ਨ ਨਾਲ ਰੰਗਲਾ ਵੀ ਜਾਪਣ ਲੱਗ ਪਿਆ। ਉਸ ਕੇਸਰ ਨੂੰ ਉਤਸ਼ਾਹ ਭਰਿਆ ਖਤ ਲਿਖਿਆ। ਪਿਆਰੇ ਸਰਦਾਰ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ।
ਮੈਨੂੰ ਪਾਸ ਕਰਵਾਉਣ ਲਈ ਕੁਦਰਤ ਨੇ ਵੀ ਮਿੱਥ ਕੇ ਜ਼ੋਰ ਲਾਉਣਾ ਸ਼ੁਰੂ ਕਰ ਦਿੱਤਾ ਹੈ। ਹੁਣ ਮੈਨੂੰ ਨਿਸ਼ਚਾ ਹੋ ਗਿਆ ਕਿ ਮੈਂ ਆਪਣੇ ਮਿਸ਼ਨ ਵਿੱਚ ਜ਼ਰੂਰ ਕਾਮਯਾਬ ਹੋਵਾਂਗੀ। ਬੱਚਿਆਂ ਦਾ ਫਿਕਰ ਨਾ ਕਰਨਾ ਅਤੇ ਨਾ ਹੀ ਮੇਰਾ। ਮਿਹਨਤ ਦੀਆਂ ਇਹਨਾਂ ਘੜੀਆਂ ਵਿੱਚ ਮੈਨੂੰ ਇੱਕ ਸ਼ੁਦਾ ਜਾਗ ਪਿਆ ਹੈ ਕਿ ਮੈਂ ਤੁਹਾਨੂੰ ਕੁਝ ਬਣ ਕੇ ਵਿਖਾਵਾਂ। ਜਿੰਨਾ ਚਿਰ ਮੈਂ ਆਪਣੇ ਪੈਰੀ ਨਹੀਂ ਖਲੋਂਦੀ, ਚੈਨ ਨਾਲ ਨਹੀਂ ਬਹਿ ਸਕਦੀ। ਸੱਚ, ਕੇਸ ਦਾ ਕੀ ਬਣਿਆ? ਮੈਂ ਸ਼ੇਰਿਆਣੇ ਨਹੀਂ ਗਈ, ਨਾ ਹੀ ਤਾਰਾ ਮਿਲਿਆ। ਭਗਵੰਤ ਦੀ ਚਿੱਠੀ ਆਈ ਏ। ਉਹ ਅਗਲੇ ਮਹੀਨੇ ਪਿੰਡ ਛੁੱਟੀ ਆ ਰਹੇ ਨੇ। ਬੇਜੀ ਤੇ ਬਾਪੂ ਜੀ ਦਾ ਗੁਰਮੀਤ ਤੇ ਸੁਮੇਰ ਖੂਬ ਜੀ ਲਵਾਉਂਦੇ ਹਨ। ਮੈਨੂੰ ਪੂਰੀ ਆਸ ਹੈ ਅਸੀਂ ਉਦਾਸੀਆਂ ਅਤੇ ਮਾਯੂਸੀਆਂ ਨੂੰ ਹਮੇਸ਼ਾ ਲਈ ਪਛਾੜ ਦੇਵਾਂਗੇ। ਇਮਤਿਹਾਨ ਨੇੜੇ ਆ ਰਿਹਾ ਹੈ। ਤੁਸੀਂ ਖਤ ਉਡੀਕੇ ਬਿਨਾ ਹੌਸਲੇ ਵਾਲੇ ਪੱਤਰ ਲਿਖਦੇ ਰਹਿਣਾ। ਅੱਛਾ, ਟਾਟਾ। ਤੁਹਾਡੀ ਚਰਨਦਾਸੀ ਜਗਰੂਪ ਕੌਰ। ਇੱਕ ਦਿਨ ਬੇਆਸ ਹੀ ਨੇਕ ਦੀ ਚਾਚੀ ਆ ਗਈ। ਉਸ ਦੇ ਪੱਲੇ ਹੇਠ ਕੁਝ ਲੁਕਾਇਆ ਹੋਇਆ ਸੀ। ਉਸ ਨੂੰ ਵੇਖਦਿਆਂ ਹੀ ਮੂੰਹ ਭੁਆ ਕੇ ਸਰਲਾ ਹੱਸਣ ਲੱਗ ਪਈ। ਰੂਪ ਨੇ ਉਸ ਨੂੰ ਕੂਣੀ ਮਾਰੀ। ਉਹਨਾਂ ਚਾਚੀ ਦੇ ਅੰਦਰ ਆਉਣ ਤੋਂ ਪਹਿਲਾਂ ਆਪਣੇ ਮਚਲੇ ਬਲਬਲਿਆਂ ਤੇ ਸਾਊ ਧੂੜ ਲਈ। ਰੂਪ ਨੂੰ ਚਾਚੀ ਦੇ ਆਉਣ ਨਾਲ ਥੋੜਾ ਬਹੁਤ ਦੁੱਖ ਹੋਇਆ। ਸਤਿ ਸ਼੍ਰੀ ਅਕਾਲ ਦੋਹਾਂ ਧਿਰਾਂ ਇਕੱਠਿਆਂ ਹੀ ਕਹਿ ਦਿੱਤੀ। ਚਾਚੀ ਨੇ ਪੱਲੇ ਹੇਠੋਂ ਸਬਜ਼ੀ ਭਰੀ ਕੌਲੀ ਮੇਜ਼ ਤੇ ਰੱਖ ਦਿੱਤੀ ਅਤੇ ਮੰਜੇ ਤੇ ਬਹਿ ਗਈ। ਰੂਪ ਨੇ ਸੋਚਿਆ, ਇਹ ਸਿਲਸਿਲਾ ਮੁੱਕਣ 'ਚ ਕਿਉਂ ਨਹੀਂ ਆਉਂਦਾ। ਸਬਜ਼ੀ ਦੇ ਖੁਸ਼ਬੂਦਾਰ ਮਸਾਲੇ ਨੇ ਸਰਲਾ ਦੀ ਨਾਸ ਫਰਕਣ ਲਾ ਦਿੱਤੀ। ਚਾਚੀ, ਤੁਸੀਂ ਕਿਉਂ ਖੇਚਲ ਕਰਦੇ ਹੋ? ਰੂਪ ਦੇ ਸਧਾਰਨ ਆਖਣ ਵਿੱਚ ਮਿੰਨਾ ਜਿਹਾ ਗੁੱਸਾ ਸੀ, ਜਿਸ ਨੂੰ ਚਾਚੀ ਨੇ ਔਰਤ ਹੁੰਦਿਆਂ ਸਮਝ ਲਿਆ ਸੀ। ਬੀਬੀ, ਤੇਰਾ ਚਾਚਾ ਖੇੜੇ ਪੈ ਗਿਆ ਕਿ ਦੇਖ ਚਾਚੀ। ਰੂਪ ਨੇ ਇੱਕਦਮ ਗਰਮ ਹੁੰਦਿਆਂ ਉਸਦੇ ਮੂੰਹ ਦੀ ਗੱਲ ਖੋਹ ਲਈ। ਤੂੰ ਮੁੜ ਕੇ ਕੋਈ ਚੀਜ਼ ਨਹੀਂ ਲੈ ਕੇ ਆਉਣੀ। ਚਾਚੀ ਅਤੇ ਸਰਲਾ ਹੈਰਾਨ ਰਹਿ ਗਈਆਂ, ਜਿਵੇਂ ਉਹਨਾਂ ਨੂੰ ਰੂਪ ਤੋਂ ਇੰਨੀ ਆਸ ਬਿਲਕੁਲ ਨਹੀਂ ਸੀ। ਰੂਪ ਨੂੰ ਕਾਲੀ ਅੰਦਰੋਂ ਜ਼ਖਮੀ ਕਰ ਗਈ। ਉਸ ਥੋੜੀ ਨਰਮ ਪੈ ਕੇ ਕਿਹਾ, ਚਾਚੇ ਦਾ ਨੇਕੇ ਨਾਲ 100 ਵਾਰ ਲਿਹਾਜ਼ ਰਹੇ, ਪਰ ਸਾਨੂੰ ਰਾਹ ਖੇੜੇ ਬਿਲਕੁਲ ਨਾ ਬੁਲਾਵੇ। ਸੁਣਨ ਵਾਲੇ ਲੋਕ ਸਾਨੂੰ ਕੀ ਆਖਣਗੇ? ਉਸ ਅਲਮਾਰੀ ਚੋਂ ਪਸ਼ਮ ਦਾ ਲੱਛਾ ਕੱਢਦਿਆਂ ਫਿਰ ਕਿਹਾ, ਆ ਤੁਹਾਡਾ ਹੈ, ਨਾਲ ਲੈ ਕੇ ਜਾਣਾ। ਰੂਪ ਦੇ ਮਨ ਦਾ ਗੁਬਾਰ ਗੁੱਸੇ, ਨਰਮੀ ਅਤੇ ਸਿਆਣਪ ਵਿੱਚ ਬਦਲਦਾ ਨਿਕਲ ਹੀ ਗਿਆ। ਚਾਚੀ ਹੌਲੀ ਪੈ ਗਈ ਸੀ। ਕੁਝ ਨਾ ਔੜਦਿਆਂ ਵੀ ਉਹ ਬੋਲੀ, ਬੀਬੀ, ਉਹ ਤੁਹਾਨੂੰ ਕਿਤੇ ਓਪਰੀਆਂ ਥੋੜੋ ਸਮਝਦਾ ਏ। ਨਹੀਂ, ਤੁਸੀਂ ਨੇਕੇ ਨਾਲ ਜਿਵੇਂ ਚਾਹੇ ਵਰਤੋ। ਮੈਂ ਆਖਰ ਨੂੰ ਇੱਕ ਕੁੜੀ ਹਾਂ ਤੇ ਆਪਣੇ ਬਾਰੇ ਕੋਈ ਵੀ ਐਸੀ ਵੈਸੀ ਗੱਲ ਸੁਣਨ ਲਈ ਤਿਆਰ ਨਹੀਂ। ਰੂਪ ਨਹੀਂ ਚਾਹੁੰਦੀ ਸੀ ਬਹੁਤੀਆਂ ਖਰੀਆਂ ਗੱਲਾਂ ਕੀਤੀਆਂ ਜਾਣ, ਪਰ ਉਹ ਆਪੇ ਨੂੰ ਵੀ ਨਾ ਰੋਕ ਸਕੀ। ਸਰਲਾ ਬੁੱਤ ਬਣੀ ਵੇਖੀ ਤੇ ਸੁਣੀ ਜਾ ਰਹੀ ਸੀ। ਚਾਚੀ ਕੋਈ ਜਵਾਬ ਨਾ ਮੋੜ ਸਕੀ। ਜੋ ਰੂਪ ਨੇ ਕਿਹਾ ਉਹ ਰੱਦਿਆ ਨਹੀਂ ਸੀ ਜਾ ਸਕਦਾ। ਪਰ ਚਾਚੀ ਆਪਣੀ ਥਾਂ ਮਜ਼ਲੂਮ ਔਰਤ ਸੀ, ਜਿਹੜੀ ਕੁਝ ਸਮਾਂ ਪਹਿਲੋਂ ਜੱਬੂ ਤੋਂ ਥੱਪੜ ਖਾ ਚੁੱਕੀ ਸੀ। ਉਸ ਨੂੰ ਡੰਡੇ ਦੇ ਜ਼ੋਰ ਭੇਜਿਆ ਗਿਆ ਸੀ ਕਿ ਰੂਪ ਨੂੰ ਘਰ ਲੈ ਕੇ ਆਵੀਂ। ਬੀਬੀ, ਜੋ ਤੂੰ ਆਖਦੀ ਐ ਮੈਂ ਸਮਝਨੀ ਆ। ਨਿਆਣੀ ਨਹੀਂ, ਪਰ ਮੇਰੇ ਵਾਸਤੇ ਗੱਲ ਨਹੀਂ। ਚਾਚੀ ਨੇ ਗੱਲ ਨੂੰ ਸੂਖਮ ਬਣਾਉਣ ਦੇ ਯਤਨ ਨਾਲ ਆਖਿਆ। ਰੂਪ ਇੰਨੀ ਗੱਲ ਨਾਲ ਹੀ ਚੱਲ ਰਹੇ ਡਰਾਮੇ ਦੀ ਬੁਨਿਆਦ ਸਮਝ ਗਈ। ਉਸ ਨੂੰ ਆਪਣੀ ਚਾਚੀ ਤੇ ਤਰਸ ਆ ਗਿਆ। ਉਹ ਪਛਤਾਈ, ਮੈਨੂੰ ਇੰਨੀਆਂ ਕਰੜੀਆਂ ਗੱਲਾਂ ਚਾਚੀ ਨੂੰ ਨਹੀਂ ਸੀ ਆਖਣੀਆਂ ਚਾਹੀਦੀਆਂ। ਚਾਚੀ ਉਸ ਨੂੰ ਆਪਣੇ ਨਾਲੋਂ 100 ਦਰਜੇ ਮਜ਼ਲੂਮ ਜਾਪੀ। ਇੱਕ ਸੁਸ਼ੀਲ ਪਤਨੀ ਆਪਣੇ ਮਰਦ ਦਾ ਨੰਗਾ ਨਾਚ ਕਿਵੇਂ ਬਰਦਾਸ਼ਤ ਕਰ ਸਕਦੀ ਹੈ? ਮਾਯੂਸ ਅਤੇ ਬੇਹੱਦ ਲਾਚਾਰ ਔਰਤ ਨੂੰ ਵਾਪਸ ਜਾਂਦਿਆਂ ਰੂਪ ਕੋਈ ਹਮਦਰਦੀ ਨਾ ਦੇ ਸਕੀ। ਜਦ ਰੂਪ ਨੇ ਸਿਰ ਉਤਾਂਹ ਚੁੱਕ ਕੇ ਵੇਖਿਆ, ਸਰਲਾ ਖੁਸ਼ਬੂਦਾਰ ਸਬਜ਼ੀ ਨਾਲ ਰੋਟੀ ਖਾਈ ਜਾ ਰਹੀ ਸੀ। ਮਾਤਾ ਦੀ ਸਹੁੰ, ਬੜੀ ਸਵਾਦ ਹੈ। ਗਮ ਦੀ ਬੱਦਲਵਾਈ ਵਿੱਚ ਵੀ ਉਸ ਦਾ ਚਿਹਰਾ ਸਰਲਾ ਦੀ ਹਰਕਤ ਤੇ ਮੁਸਕਾਉਣੋਂ ਨਾ ਰਹਿ ਸਕਿਆ। ਰੂਪ ਦੇ ਟਿਊਟਰ ਸਚਦੇਵ ਨੇ ਉਹਦੇ ਇਰਾਦਿਆਂ ਨੂੰ ਸਾਕਾਰ ਕਰਨ ਲਈ ਲੋੜ ਤੋਂ ਵੱਧ ਤਾਕਤ ਦਿੱਤੀ। ਉਸ ਪਹਿਲੇ 10 ਦਿਨਾਂ ਵਿੱਚ ਹੀ ਸਚਦੇਵ ਦੀ ਮਿਹਨਤ, ਸੂਝ ਅਤੇ ਗੰਭੀਰਤਾ ਜਾਣ ਕੇ ਆਪਣੇ ਬਾਰੇ ਕਾਫੀ ਕੁਝ ਦੱਸ ਦਿੱਤਾ ਸੀ ਅਤੇ ਇਸ ਪਿੱਛੋਂ ਸਚਦੇਵ ਹੋਰ ਵੀ ਦਿਲਚਸਪੀ ਨਾਲ ਪੜ੍ਹਾਉਣ ਲੱਗ ਪਿਆ ਸੀ। ਸਚਦੇਵ ਦੀ ਸਭ ਤੋਂ ਵੱਡੀ ਸਿਫਤ ਇਹ ਸੀ ਕਿ ਉਸ ਪੈਸਿਆਂ ਖਾਤਰ ਨਹੀਂ ਸੀ ਪੜ੍ਹਾਇਆ। ਕੋਰਸੀ ਵਿੱਦਿਆ ਤੋਂ ਬਿਨਾਂ ਉਹ ਸਮਾਜੀ ਦਿਲਚਸਪੀ ਦੀਆਂ ਗੱਲਾਂ ਵੀ ਆਮ ਵਾਕਫੀ ਵਜੋਂ ਪੜ੍ਹਾਉਂਦਾ ਸਮਝਾ ਜਾਂਦਾ ਸੀ। ਪੜ੍ਹਾਉਣ ਅਤੇ ਮਿਲਵਰਤਨ ਦੇ ਮਸਲੇ 'ਚ ਪ੍ਰਿੰਸੀਪਲ ਅਤੇ ਉਸ ਦੇ ਦੂਜੇ ਮਾਸਟਰ ਹੱਦੋਂ ਵੱਧ ਸ਼ਰੀਫ ਸਨ, ਪਰ ਸਚਦੇਵ ਮਿਹਨਤੀ ਸੀ ਅਤੇ ਉਸ ਦਾ ਪੜ੍ਹਾਉਣ ਦਾ ਤਰੀਕਾ ਵੀ ਸਾਇੰਸੀ ਸੀ। ਉਹ ਕਿਸੇ ਵੀ ਮਜ਼ਮੂਨ ਦੀ ਬੁਨਿਆਦ ਪੱਕਿਆਂ ਕਰੇ ਬਿਨਾਂ ਅਗਾਂਹ ਨਹੀਂ ਸੀ ਤੁਰਦਾ। ਸਚਦੇਵ ਦੇ ਸਾਦਾ, ਗਰੀਬ, ਮਿਹਨਤੀ ਅਤੇ ਲਾਇਕ ਹੋਣ ਦੀਆਂ ਕਹਾਣੀਆਂ ਸ਼ਹਿਰ ਵਿੱਚ ਆਮ ਪ੍ਰਚਲਿਤ ਸਨ। ਸ਼ਹਿਰ ਦੇ ਅਮੀਰ ਘਰਾਣਿਆਂ ਨੂੰ ਉਸ ਬਾਰੇ ਖਾਸ ਸ਼ਿਕਾਇਤ ਇਹ ਸੀ ਕਿ ਉਹ ਉਹਨਾਂ ਦੇ ਮੁੰਡੇ ਕੁੜੀਆਂ ਦੇ ਦਿਮਾਗ ਸਮਾਜੀ ਸਾਇੰਸ ਪੜ੍ਹਾ ਕੇ ਵਿਗਾੜ ਦਿਆ ਕਰਦਾ ਸੀ। ਪਰ ਚੰਗੇ ਅਮੀਰ ਘਰ ਆਪਣੇ ਬੱਚਿਆਂ ਨੂੰ ਉਸ ਕੋਲੋਂ ਟਿਊਸ਼ਨ ਪੜ੍ਹਾਉਣ ਲਈ ਮਜਬੂਰ ਸਨ, ਕਿਉਂਕਿ ਜਾਮ ਹੋਏ ਦਿਮਾਗਾਂ ਨੂੰ ਫਰਤੀਲੇ ਬਣਾ ਦੇਣ ਵਿੱਚ ਕੋਈ ਹੋਰ ਮਾਸਟਰ ਸਮਰੱਥ ਨਹੀਂ ਸੀ।
ਪ੍ਰਿੰਸੀਪਲ ਭਾਵੇਂ ਅਧਿਆਤਮੀ ਵਿਚਾਰਾਂ ਦਾ ਬੰਦਾ ਸੀ, ਪਰ ਉਹ ਸਚਦੇਵ ਦੀ ਲਿਆਕਤ ਦਾ ਕਾਇਲ ਹੁੰਦਾ ਹੋਇਆ ਹਰ ਸਾਲ ਸਹਾਇਤਾ ਲੈਣ ਲਈ ਮਜਬੂਰ ਹੁੰਦਾ ਸੀ। ਰੂਪ ਦੀ ਲਗਨ ਅਤੇ ਹਰ ਇਰਾਦੇ ਨੂੰ ਜਾਣ ਕੇ ਸਚਦੇਵ ਬੜਾ ਖੁਸ਼ ਹੋਇਆ ਸੀ। ਉਸ ਇਹ ਵੀ ਕੋਸ਼ਿਸ਼ ਨਾਲ ਜਾਰੀ ਰੱਖੀ ਕਿ ਇਸ ਕੁੜੀ ਨੂੰ ਇਸ ਤਰੀਕੇ ਨਾਲ ਸਮਾਜ ਵਿੱਚ ਵੜਦੀ ਕਰਨਾ ਹੈ ਕਿ ਦੱਬੇ ਕੁਚਲੇ ਲੋਕਾਂ ਦੀ ਅਗਵਾਈ ਵੀ ਕਰ ਸਕੇ। ਉਂਝ ਉਸ ਦੇ ਬਣ ਚੁੱਕੇ ਸਮਾਜੀ ਦਿਮਾਗ ਨੇ ਰੂਪ ਵਰਗੇ ਸੈਂਕੜੇ ਸ਼ਾਗਿਰਦ ਪੈਦਾ ਕਰ ਦਿੱਤੇ ਸਨ। ਗੈਸ ਪੇਪਰਾਂ ਬਾਰੇ ਕੁਝ ਸਮਝਣ ਲਈ ਇੱਕ ਦਿਨ ਰੂਪ ਨੂੰ ਸਚਦੇਵ ਦੇ ਘਰ ਜਾਣਾ ਪੈ ਗਿਆ। ਸਰਲਾ ਉਸ ਦੇ ਨਾਲ ਸੀ। ਸਚਦੇਵ ਦਾ ਘਰ ਦੇਖ ਕੇ ਰੂਪ ਹੈਰਾਨ ਰਹਿ ਗਈ। ਉਹ ਘਰ ਨਾਲੋਂ ਵਾੜਾ ਬਹੁਤਾ ਸੀ, ਜਿਸ ਵਿੱਚ ਇੱਕ ਪਾਸੇ ਮਈਆਂ ਵਾਲੇ ਦੋਧੀ ਰਹਿੰਦੇ ਸਨ ਅਤੇ ਇੱਕ ਪਾਸੇ ਟੁੱਟੀਆਂ ਜਿਹੀਆਂ 3-4 ਕੋਠੜੀਆਂ ਸਨ। ਸੀਮਿੰਟ ਬਿਨਾਂ ਇੱਟਾਂ ਦੀ ਚਿਣਾਈ ਦਰਾੜੋ ਦਰਾੜ ਹੋਈ ਜਾਪਦੀ ਸੀ। ਇੱਕ ਕੋਠੜੀ ਵਿੱਚ ਬੋਰਿਆਂ ਉੱਤੇ ਬੈਠਾ ਸਚਦੇਵ ਆਪਣੇ ਬੱਚਿਆਂ ਨੂੰ ਪੜ੍ਹਾ ਰਿਹਾ ਸੀ। ਉਸ ਕੁੜੀਆਂ ਆਈਆਂ ਵੇਖ ਕੇ ਬੱਚਿਆਂ ਨੂੰ ਛੁੱਟੀ ਦੇ ਦਿੱਤੀ। ਆਓ ਭੈਣ ਜੀ, ਤੁਸੀਂ ਇੱਥੇ ਬਹਿ ਜਾਵੋ, ਇੰਨਾ ਆਖਦਾ ਹੀ ਉਹ ਹੱਸ ਪਿਆ। ਉਸ ਝਾਕ ਦੇ ਗੋਡੇ ਨੂੰ ਪਜਾਮਾ ਉੱਚਾ ਕਰਕੇ ਢੱਕ ਲਿਆ। ਉਸ ਦੇ ਵਾਲ ਇੰਨੇ ਰੁੱਖੇ ਸਨ ਕਿ ਸਾਲਾਂ ਬੱਧੀ ਉਹਨਾਂ ਨੂੰ ਤੇਲ ਨਹੀਂ ਸੀ ਜੁੜਿਆ। ਤੁਸੀਂ ਮਾਸਟਰ ਜੀ ਜਿਸ ਤਰ੍ਹਾਂ ਰਹਿੰਦੇ ਹੋ, ਮੈਂ ਤਾਂ ਸੋਚਿਆ ਤੱਕ ਨਹੀਂ ਸੀ। ਰੂਪ ਘਰ ਵੇਖ ਕੇ ਹੈਰਾਨ ਹੋ ਰਹੀ ਸੀ। ਤੁਹਾਡਾ ਕੀ ਖਿਆਲ ਸੀ ਕਿ ਮੈਂ ਰਾਜ ਮਹਿਲ 'ਚ ਰਹਿਣਾ ਵਾਂ? ਨਹੀਂ, ਪਰ ਮਾਸਟਰ ਜੀ, ਉਸ ਨੂੰ ਕੋਈ ਗੱਲ ਨਾ ਔੜੀ। ਓਮੇ, ਸਚਦੇਵ ਨੇ ਮੁੰਡੇ ਨੂੰ ਆਵਾਜ਼ ਮਾਰੀ। ਜਾ, ਇਹਨਾਂ ਤੋਂ 3 ਆਨਿਆਂ ਦਾ ਦੁੱਧ ਲਿਆ ਤੇ ਆਪਣੀ ਮਾਂ ਨੂੰ ਆਖ ਚਾਹ ਕਰੇ। ਨਹੀਂ ਮਾਸਟਰ ਜੀ, ਅਸਾਂ ਚਾਹ ਨਹੀਂ ਪੀਣੀ। ਸਰਲਾ ਨੇ ਓਮੇ ਨੂੰ ਰੋਕ ਲਿਆ। ਪਰ ਅੱਗੇ ਤਾਂ ਤੂੰ ਕਦੇ ਨਾ ਨਹੀਂ ਕੀਤੀ। ਰੂਪ ਨੇ ਸਰਲਾ ਨੂੰ ਚੋਟ ਮਾਰੀ। ਜਾ ਓਏ, ਭੱਜ ਜਾ ਤੂੰ, ਮਾਸਟਰ ਨੇ ਮੁੰਡੇ ਨੂੰ ਕਰੜਿਆਂ ਹੋ ਕੇ ਆਖਿਆ। ਮਾਸਟਰ ਨੂੰ ਸ਼ੇਵ ਕੀਤਿਆਂ ਵੀ ਕਈ ਦਿਨ ਹੋ ਗਏ ਸਨ। ਉਸ ਦੇ ਰੰਗ ਅਤੇ ਕਾਲੇ ਵਾਲਾਂ 'ਚ ਬਹੁਤਾ ਫਰਕ ਨਹੀਂ ਸੀ। ਉਸ ਦੇ ਬਜ਼ੁਰਗ ਕਦੇ ਯੂਪੀ ਤੋਂ ਆਏ ਸਨ ਅਤੇ ਹੁਣ ਉਹ ਘੁਲ ਮਿਲ ਕੇ ਪੰਜਾਬੀ ਬਣ ਗਏ ਸਨ। ਮਾਸਟਰ ਜੀ, ਬੱਚੇ ਅੱਜ ਸਕੂਲ ਨਹੀਂ ਗਏ? ਰੂਪ ਨੇ ਸੁਭਾਵਕ ਹੀ ਪੁੱਛ ਲਿਆ। ਉਹ ਸਕੂਲ ਵਾਲੇ ਕਿਤੇ ਮੇਰੇ ਨਾਲੋਂ ਬਹੁਤਾ ਪੜ੍ਹਾ ਦੇਣਗੇ? ਸਾਰੇ ਸਾਲ ਦੀ ਪੜ੍ਹਾਈ 2 ਮਹੀਨਿਆਂ 'ਚ ਮੁਕੰਮਲ ਕਰਵਾਈ ਜਾ ਸਕਦੀ ਹੈ। ਪੜ੍ਹਾਉਣ ਵਾਲੇ ਬੁੱਧੂਨਾਥ ਤਾਂ ਮੇਰੇ ਕੋਲ ਪੜ੍ਹਦੇ ਆ, ਇਹਨਾਂ ਨੂੰ ਕੀ ਪੜ੍ਹਾਉਣਗੇ? ਭਾਵੇਂ ਮਾਸਟਰ ਦੀ ਇਹ ਗੱਲ 40 ਸੇਰੀ ਸੀ, ਪਰ ਅਸਲੀਅਤ ਇਹ ਸੀ ਕਿ ਮਾਸਟਰ ਸਕੂਲ ਦੀ ਫੀਸ ਨਹੀਂ ਸੀ ਦੇ ਸਕਦਾ। ਜਾਣ ਤੋਂ ਕੁਝ ਦਿਨ ਪਹਿਲਾਂ ਰੂਪ ਨੂੰ ਪਤਾ ਲੱਗਾ ਕਿ ਉਹ ਟੁੱਟੀਆਂ ਫੁੱਟੀਆਂ ਕੋਠੜੀਆਂ ਵੀ ਆਪਣੀਆਂ ਨਹੀਂ ਸਨ, ਉਹ ਕਿਰਾਏ ਤੇ ਰਹਿੰਦੇ ਸਨ। ਮਾਸਟਰ ਜੀ, ਗੈਸ ਪੇਪਰਾਂ ਦਾ ਕੋਈ ਲਾਭ ਵੀ ਹੈ? ਸਰਲਾ ਨੇ ਸ਼ਰਾਰਤ ਨਾਲ ਰੂਪ ਤੇ ਵਾਰ ਕੀਤਾ। ਸਰਲਾ ਦਾ ਖਿਆਲ ਸੀ ਗੈਸ ਪੇਪਰ ਫਜ਼ੂਲ ਹੁੰਦੇ ਹਨ। ਜਿਸ ਸਟੂਡੈਂਟ ਦੀ ਤਿਆਰੀ ਘੱਟ ਹੋਵੇ ਉਸ ਨੂੰ ਲਾਭ ਦੇ ਵੀ ਜਾਂਦੇ ਹਨ। ਹੋਰ ਨਾ ਸਹੀ, ਪਰਚਾ ਕਰਨ ਦਾ ਤਜਰਬਾ ਤਾਂ ਹੁੰਦਾ ਹੀ ਹੈ, ਤੇ ਤਜਰਬਾ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਮਹਾਨਤਾ ਰੱਖਦਾ ਹੈ। ਮਾਸਟਰ ਨੇ ਮੁੱਕੀਆਂ ਮਾਰ ਕੇ ਪਾਟੇ ਹੋਏ ਬੋਰੇ ਨੂੰ ਹੋਰ ਪਾੜ ਸੁੱਟਿਆ। ਮਾਸਟਰ ਜੀ, ਤੁਹਾਡੇ ਵਰਗੀ ਲਿਆਕਤ ਰੱਖਣ ਵਾਲਿਆਂ ਨਾਲ ਵੀ ਸਮਾਜ ਇਨਸਾਫ ਨਹੀਂ ਕਰਦਾ। ਰੂਪ ਮਾਸਟਰ ਦੀ ਗਰੀਬੀ ਤੋਂ ਪਸੀਜੀ ਪਈ ਸੀ। ਭੈਣੇ, ਲੁੱਟ ਦੀ ਬੁਨਿਆਦ ਤੇ ਖਲੋਤਾ ਸਮਾਜ ਕਿਸੇ ਮਿਹਨਤੀ ਨਾਲ ਵੀ ਇਨਸਾਫ ਨਹੀਂ ਕਰ ਸਕਦਾ। ਰੂਪ ਜਵਾਬ ਸੁਣ ਕੇ ਆਪਣੀ ਬੀਤੀ ਬਾਰੇ ਭਾਵੁਕ ਹੋ ਗਈ। ਭਲਾ ਮਾਸਟਰ ਜੀ, ਇਹ ਸਮਾਜ ਬਦਲਿਆ ਨਹੀਂ ਜਾ ਸਕਦਾ? ਸਰਲਾ ਇਸ ਤਰ੍ਹਾਂ ਦਾ ਸਵਾਲ ਕਰ ਗਈ ਜਿਸ ਦੀ ਰੂਪ ਨੂੰ ਉੱਕੀ ਆਸ ਨਹੀਂ ਸੀ। ਦੁਨੀਆ 'ਚ ਹਾਲੇ ਤੱਕ ਕੋਈ ਚੀਜ਼ ਇਸ ਤਰ੍ਹਾਂ ਦੀ ਪੈਦਾ ਨਹੀਂ ਹੋਈ ਜਿਹੜੀ ਬਦਲਾਈ ਨਾ ਜਾ ਸਕੇ। ਇੱਕ ਅਣੂ ਤੋਂ ਲੈ ਕੇ ਸੂਰਜ ਤੱਕ ਹਰ ਚੀਜ਼ ਆਪਣੇ ਆਪ ਬਦਲੀ ਜਾ ਰਹੀ ਹੈ। ਸਮਾਜ ਨੂੰ ਸਮਝਣ ਵਿੱਚ ਮਨੁੱਖ ਦੀਆਂ ਆਰਥਿਕ ਲੋੜਾਂ ਬੁਨਿਆਦੀ ਕਰਵਟ ਰੱਖਦੀਆਂ ਹਨ। ਬੁਨਿਆਦੀ ਸ਼ਬਦ ਉੱਤੇ ਸਚਦੇਵ ਨੇ ਖਾਸ ਜ਼ੋਰ ਦਿੱਤਾ। ਰੂਪ ਸਚਦੇਵ ਦੀ ਮਹਾਨਤਾ ਨਾਲ ਝੰਜੋੜੀ ਗਈ ਸੀ। ਉਹ ਸੋਚ ਰਹੀ ਸੀ ਕਿ ਦੁਨੀਆ 'ਚ ਕਮੀਨੇ ਬੰਦਿਆਂ ਦੇ ਮੁਕਾਬਲੇ 'ਚ ਅਜਿਹੇ ਸਿਰੜੀ ਮਨੁੱਖ ਵੀ ਹਨ ਜਿਹੜੇ ਸਮਾਜ ਦੀਆਂ ਗਲਤ ਲੀਹਾਂ ਮੇਸ ਕੇ ਨਵੀਆਂ ਵਫਾਦਾਰ ਲੀਹਾਂ ਪਾਉਣ ਦਾ ਹੌਸਲਾ ਰੱਖਦੇ ਹਨ। ਸਚਦੇਵ ਦੀ ਸੰਗਤ ਅਤੇ ਨਿੱਗਰ ਵਿਚਾਰਾਂ ਨੇ ਰੂਪ ਨੂੰ ਇੱਕ ਅਡੋਲ ਕੁੜੀ ਬਣਾਉਣ ਵਿੱਚ ਖਾਸ ਤੌਰ ਤੇ ਹਿੱਸਾ ਪਾਇਆ। ਇਮਤਿਹਾਨ ਸ਼ੁਰੂ ਹੋ ਗਿਆ। ਰੂਪ ਦੇ ਮਨ 'ਚੋਂ ਸਾਰੇ ਸਹਿਮ ਲੈ ਗਏ। ਇਹਨਾਂ ਦਿਨਾਂ 'ਚ ਅਜਿਹੀ ਕੋਈ ਘਟਨਾ ਨਾ ਵਾਪਰੀ ਜਿਹੜੀ ਦਿਲ ਦਿਮਾਗ ਨੂੰ ਉਖੇੜ ਜਾਂਦੀ। ਹਰ ਪਰਚੇ ਦੀ ਤਿਆਰੀ ਕਰਾਉਣ ਵਿੱਚ ਪ੍ਰਿੰਸੀਪਲ ਅਤੇ ਸਚਦੇਵ ਨੇ ਖਾਸ ਜ਼ੋਰ ਲਾਇਆ। ਪ੍ਰਿੰਸੀਪਲ ਆਪਣੇ ਕਾਲਜ ਦਾ ਨਾਂ ਦੇਖਣਾ ਚਾਹੁੰਦਾ ਸੀ ਕਿਉਂਕਿ ਕਾਲਜ ਉਸ ਦੀ ਉਪਜੀਵਿਕਾ ਦਾ ਇੱਕੋ ਇੱਕ ਸਾਧਨ ਸੀ। ਸਚਦੇਵ ਸਾਹਮਣੇ ਵੱਡਾ ਨਿਸ਼ਾਨਾ ਸੀ। ਉਹ ਆਪਣੇ ਸ਼ਾਗਿਰਦਾਂ ਤੋਂ ਨਵਾਂ ਸਮਾਜ ਸਿਰਜਣ ਲਈ ਲੋਕ ਸੇਵਾ ਦੀ ਮੰਗ ਰੱਖਦਾ ਸੀ। ਆਪੂ ਲੋਕ ਸੇਵਾ ਦੇਣ ਨਾਲ ਹੀ ਉਹ ਦੂਜਿਆਂ ਤੋਂ ਇਹ ਮੰਗ ਕਰ ਸਕਦਾ ਸੀ। ਕਿਸੇ ਬੰਦੇ ਨੂੰ ਉਸ ਦੇ ਪੈਰਾਂ ਸਿਰ ਖੜਾ ਕਰਕੇ ਉਸ ਨੂੰ ਰੂਹਾਨੀ ਖੁਸ਼ੀ ਹੁੰਦੀ ਸੀ। ਸਚਦੇਵ ਨੂੰ ਆਪਣੇ ਆਪ ਤੇ ਇੰਨਾ ਭਰੋਸਾ ਸੀ ਕਿ ਜਿਸ ਸਟੂਡੈਂਟ ਨੂੰ ਮੈਂ ਪੜ੍ਹਾਵਾਂ ਉਹ ਫੇਲ ਹੋ ਹੀ ਨਹੀਂ ਸਕਦਾ। ਰੂਪ ਨੇ ਆਪਣੀ ਬੇਜੀ ਪਿੱਛੋਂ ਮਾਸਟਰ ਸਚਦੇਵ ਦਾ ਵਿਅਕਤੀਗਤ ਪ੍ਰਭਾਵ ਕਬੂਲਿਆ ਸੀ ਕਿਉਂਕਿ ਉਹ ਨਿੱਜੀ ਗਰਜ਼ਾਂ ਛੱਡ ਕੇ ਸਮਾਜ ਸੇਵਾ ਨੂੰ ਤਰਜੀਹ ਦਿੰਦਾ ਸੀ। ਗਰੀਬੀ ਦੀ ਹਾਲਤ ਵਿੱਚ ਵੀ ਉਹ ਪੈਰ ਜਮਾਈ ਸਮਾਜੀ ਬੁਰਾਈਆਂ ਨਾਲ ਲੜਦਾ ਆਇਆ ਸੀ। ਜਥੇਬੰਦੀਆਂ, ਸਟ੍ਰਾਈਕਾਂ, ਜੇਲ੍ਹਾਂ ਅਤੇ ਭੁੱਖ ਹੜਤਾਲਾਂ ਵਿੱਚ ਦੀ ਲੰਘਦਿਆਂ ਉਹ ਇੱਕ ਪਲ ਵੀ ਨਹੀਂ ਸੀ ਥਿੜਕਿਆ। ਇਮਤਿਹਾਨ ਦੇਣ ਪਿੱਛੋਂ ਰੂਪ ਦਾ ਜੀ ਕਰਦਾ ਸੀ ਕਿ ਉਹ ਸਮਾਜੀ ਸਾਇੰਸ ਦੇ ਬੁਨਿਆਦੀ ਅਸੂਲ ਸਚਦੇਵ ਕੋਲੋਂ ਸਮਝ ਲਵੇ।
ਪਰ ਜਿਉਂ-ਜਿਉਂ ਪ੍ਰੀਖਿਆ ਖਤਮ ਹੋ ਰਹੀ ਸੀ, ਉਸ ਦੇ ਦਿਲ ਵਿੱਚ ਗੁਰਮੀਤ ਅਤੇ ਸੁਮੇਰ ਨੂੰ ਮਿਲਣ ਲਈ ਲੂਰੀਆਂ ਉੱਠ ਰਹੀਆਂ ਸਨ। ਸਮਾਨ ਬਹੁਤਾ ਨਾ ਹੋਣ ਕਰਕੇ ਉਸ ਬੀਜੀ ਨੂੰ ਖਤ ਲਿਖ ਦਿੱਤਾ ਸੀ ਕਿ ਅਮਕੀ ਤਰੀਕ ਆ ਕੇ ਲੈ ਜਾਵੇ।